प्यारे बच्चों, तुसी बहुत ही सियाणे हो, बहुत ही हुशियार हो, ਜਿਹੜੇ घर बैठिया ही अपने माता पिता की मदद के नाल बहुत सोहना काम कर रहे हो। आओ अज आपां तुहाडी तीजी जमात दे गणित यानी हिसाब दे शुरू करन दे ਜਿਹੜੇ सवाल ने शुरुआत वाले ਆਪਾਂ ਉਹ ਕਰਨ ਲੱਗਦੇ ਹਾਂ। सो आओ तुसी अपनी कापी अपना पैन ਜਾਂ ਪੈਨਸਲ ਲੈ ਕੇ ਬੈਠ ਜਾਓ। ਜਿਵੇਂ ਜਿਵੇਂ ਮੈਂ ਦੱਸਦਾ ਜਾਵਾਂ ਤੁਸੀਂ ਉਵੇਂ ਉਵੇਂ ਇਸ ਵੀਡੀਓ ਨੂੰ ਰੋਕ ਕੇ ਆਪ ਵੀ ਲਿਖਦੇ ਜਾਣਾ ਹੈ। आओ देखिए, ਜਿਹੜੇ ਸਾਡੇ ਇਸ ਪਹਿਲੇ ਅਭਿਆਸ ਦੇ ਵਿੱਚ ਸੰਖਿਆਵਾਂ ਨੇ ਉਹ ਅਸੀਂ ਕਿਸ ਤਰ੍ਹਾਂ ਲਿਖਣੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਸੰਖਿਆਵਾਂ ਦੇ ਨਾਲ ਖਾਲੀ ਡੱਬੇ ਦਿੱਤੇ ਹੋਏ ਨੇ। ਤੁਸੀਂ ਪਹਿਲੀਆਂ ਕਲਾਸਾਂ ਦੇ ਵਿੱਚ ਸੰਖਿਆਵਾਂ ਭਾਵ ਗਿਣਤੀ ਨੂੰ ਪੜ੍ਹਿਆ ਹੈ। ਹੁਣ ਇਹ ਜਿਹੜਾ ਪਹਿਲਾ ਡੱਬਾ ਹੈ ਇਹਦੇ ਵਿੱਚ ਲਿਖਿਆ ਹੋਇਆ ਹੈ 57। ਇਸ ਤੋਂ ਅੱਗੇ ਕੀ ਆਏਗਾ? ਹਾਂ 58, ਫਿਰ 59, ਫਿਰ 60 ਲਿਖਿਆ ਹੋਇਆ ਹੈ, 61 ਲਿਖਿਆ ਹੋਇਆ ਹੈ। ਇੱਥੇ ਤੁਸੀਂ 62 ਲਿਖੋਗੇ, 63 ਲਿਖੋਗੇ, 64 ਲਿਖੋਗੇ, 65 ਲਿਖੋਗੇ, 66 ਲਿਖੋਗੇ, 67 ਫਿਰ ਲਿਖਿਆ ਹੋਇਆ ਹੈ। ਤਾਂ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ 92 ਤੱਕ ਗਿਣਤੀ ਜਿਹੜੀ ਹੈ ਉਹ ਪੂਰੀ ਕਰਨੀ ਹੈ। ਤੁਹਾਨੂੰ ਸਾਰਿਆਂ ਨੂੰ 100 ਆਉਂਦਾ ਹੈ, ਸੋ ਗਿਣਤੀ ਆਉਂਦੀ ਹੈ। ਤੁਸੀਂ 57 ਤੋਂ ਸ਼ੁਰੂ ਕਰਕੇ ਅਤੇ 92 ਤੱਕ ਜਿਹੜੀ ਗਿਣਤੀ ਇਹ ਪੂਰੀ ਭਰ ਦੇਣੀ ਹੈ। ਠੀਕ ਹੈ ਬੱਚਿਓ। ਉਸ ਤੋਂ ਅੱਗੇ ਦਿੱਤੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ। ਇਹ ਲਿਖਿਆ ਹੋਇਆ ਨਾ, ਦਿੱਤੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ। ਹੁਣ ਸਭ ਤੋਂ ਪਹਿਲਾਂ ਇਹ ਕਿੰਨਾ ਲਿਖਿਆ ਹੋਇਆ ਹੈ? 19। ਵੈਰੀ ਗੁੱਡ। ਕਿੰਨਾ ਲਿਖਿਆ ਜੀ ਇਹ? 19। ਇਹ ਕਿੰਨਾ ਲਿਖਿਆ ਹੋਇਆ ਹੈ? 75। इधर देखिए, ये लिखा हुआ है 37। ये लिखा हुआ है 92। ਕੀ ਲਿਖਿਆ ਜੀ ਇਹ? 92। ਇਹ ਕਿੰਨਾ ਲਿਖਿਆ ਹੋਇਆ ਹੈ? 48। ਕਿੰਨਾ ਲਿਖਿਆ ਜੀ ਇਹ? 48। ਸ਼ਾਬਾਸ਼। ਔਰ ਇਹ ਜੀ 99। ਕਿੰਨੇ ਲਿਖਿਆ ਜੀ ਇਹ? 99। ਵੈਰੀ ਗੁੱਡ। ਆਓ ਆਪਾਂ ਅੱਗੇ ਚੱਲਦੇ ਹਾਂ। ਅੱਗੇ ਸਵਾਲ ਹੈ ਵਿਸਤ੍ਰਿਤ ਰੂਪ 'ਚ ਲਿਖੋ। ਵਿਸਤ੍ਰਿਤ ਰੂਪ 'ਚ ਅਸੀਂ ਦੇਖਦੇ ਹਾਂ ਕਿ ਇਹ ਜੋ ਸੰਖਿਆ ਦਿੱਤੀ ਹੋਈ ਹੈ ਕਿੰਨੀ ਹੈ? 30, 2, 32। ਤਾਂ ਅਸੀਂ ਇੱਥੇ ਕਿੰਨੇ ਲਿਖਾਂਗੇ? 30 ਅਤੇ 2। ਕਿੰਨੇ ਬਣ ਗਏ ਜੀ? 30, 2, 32। ਤਾਂ ਅੱਗੇ ਕਿੰਨਾ ਲਿਖਿਆ ਹੋਇਆ ਹੈ? 99। 80, 9, 99। ਤਾਂ ਅਸੀਂ ਇੱਥੇ ਲਿਖਾਂਗੇ 80, 9, 99। ਵੈਰੀ ਗੁੱਡ। ਇਸ ਤੋਂ ਅੱਗੇ ਜੀ ਅਗਲਾ ਸਵਾਲ ਜੋ ਹੈ ਚੱਕਰ ਵਾਲੇ ਸਥਾਨ ਦਾ ਸਥਾਨਕ ਮੁੱਲ ਲਿਖੋ। ਤਾਂ ਹੁਣ ਅਸੀਂ ਦੇਖਣਾ ਹੈ ਕਿ 5 ਦੇ ਉੱਪਰ ਚੱਕਰ ਬਣਿਆ ਹੋਇਆ ਹੈ। ਅਸੀਂ ਇਸ ਦਾ ਸਥਾਨਕ ਮੁੱਲ ਦੇਖਣਾ ਹੈ। ਬੇਟੇ ਸਥਾਨਕ ਮੁੱਲ ਜਦੋਂ ਦੇਖਣਾ ਹੋਵੇ ਅਸੀਂ ਇੱਧਰੋਂ ਪੜ੍ਹਨਾ ਸ਼ੁਰੂ ਕਰਦੇ ਹਾਂ। ਇਕਾਈ, ਦਹਾਈ। ਦਹਾਈ ਦਾ ਮਤਲਬ 10 ਹੁੰਦੇ ਨੇ।
ਤਾਂ 5 ਹੈ ਜਿਹੜਾ 5 ਦਹਾਈਆਂ 5 ਦਾ ਆ 50, ਤਾਂ ਇਹਦਾ ਜਿਹੜਾ ਸਥਾਨਕ ਮੁੱਲ ਹੋਇਆ ਉਹ 50। ਠੀਕ ਹੈ ਜੀ। ਤਾਂ ਹੁਣ ਅਗਲੀ ਸੰਖਿਆ, ਇਹਦੇ ਵਿੱਚ 4 ਦੇ ਉੱਪਰ ਕੁੰਡਲ ਲੱਗਿਆ ਹੋਇਆ ਹੈ। ਤਾਂ 4 ਦੇਖੀਏ ਅਸੀਂ ਇਕਾਈ, ਇਕਾਈ ਦਾ ਮਤਲਬ ਇੱਕੋ ਹੀ ਹੁੰਦਾ, ਤਾਂ 4 ਏਕਮ 4। ਠੀਕ ਹੈ ਜੀ, ਇਹ ਇਹਦੇ ਸਥਾਨਕ ਮੁੱਲ ਪਤਾ ਹੋ ਗਿਆ ਜੀ। ਉਸ ਤੋਂ ਬਾਅਦ ਅੱਗੇ ਬੇਟੇ ਜਿਹੜਾ ਸਾਡਾ ਸਵਾਲ ਹੈ ਉਹਦੇ ਵਿੱਚ ਕੁਝ ਨਿਸ਼ਾਨ ਦਿੱਤੇ ਗਏ ਨੇ। ਇਹ ਨਿਸ਼ਾਨ ਦਾ ਮਤਲਬ ਹੈ ਭਈ ਦੂਜੀ ਸੰਖਿਆ ਪਹਿਲੀ ਨਾਲੋਂ ਛੋਟੀ ਹੈ। ਆ ਦੂਸਰੇ ਨਿਸ਼ਾਨ ਦਾ ਮਤਲਬ ਹੈ ਕਿ ਦੂਜੀ ਸੰਖਿਆ ਪਹਿਲੀ ਨਾਲੋਂ ਵੱਡੀ ਹੈ। ਤੀਜੇ ਦਾ ਮਤਲਬ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਦੋਨੋਂ ਸੰਖਿਆਵਾਂ ਬਰਾਬਰ ਹਨ। ਆਓ ਆਪਾਂ ਦੇਖੀਏ ਇਹਦੇ ਅਗਲੀਆਂ ਸੰਖਿਆਵਾਂ ਦੇ ਵਿੱਚ ਇੱਧਰਲੇ ਪਾਸੇ 40 ਨੂੰ 49 ਹੈ, 50 ਨੂੰ 59 ਹੈ। ਹੁਣ ਸਾਨੂੰ ਪਤਾ ਹੈ ਕਿ 40 ਨੂੰ 49 ਅਤੇ 50 ਨੂੰ 59 ਅਤੇ 50 ਵਾਲੀ ਸੰਖਿਆ ਵੱਡੀ ਹੋਏਗੀ। ਤਾਂ ਅਸੀਂ ਇੱਥੇ ਇਹ ਚਿੰਨ੍ਹ ਵਰਤਾਂਗੇ ਕਿ ਪਹਿਲੀ ਸੰਖਿਆ ਨਾਲੋਂ ਦੂਜੀ ਸੰਖਿਆ ਵੱਡੀ ਹੈ। ਠੀਕ ਹੈ ਜੀ। ਤਾਂ ਇਸੇ ਤਰ੍ਹਾਂ ਹੀ ਅਸੀਂ ਇੱਧਰ ਅੱਗੇ ਦੇਖਦੇ ਹਾਂ। ਇੱਧਰਲੇ ਪਾਸੇ 76 ਹੈ, ਇੱਧਰਲੇ ਪਾਸੇ 67 ਹੈ। ਹੁਣ ਸਾਨੂੰ ਪਤਾ ਹੈ ਇੱਧਰ 70 6 76 ਹੈ, ਇੱਧਰ 60 7 67 ਹੈ। 60 ਜ਼ਿਆਦਾ ਹੁੰਦੇ ਨੇ ਕਿ 70 ਜੀ? ਬਿਲਕੁਲ 70। ਹੁਣ ਇਹ 70 6 76 ਵਾਲੀ ਰਕਮ ਵੱਡੀ ਹੈ, ਤਾਂ ਅਸੀਂ ਇੱਥੇ ਇਹ ਨਿਸ਼ਾਨ ਵਰਤਾਂਗੇ ਕਿ ਪਹਿਲੀ ਸੰਖਿਆ ਦੂਜੀ ਨਾਲੋਂ ਵੱਡੀ ਹੈ। ਅਸੀਂ ਅੱਗੇ ਦੇਖਦੇ ਹਾਂ ਜੀ। ਇੱਧਰਲੇ ਪਾਸੇ 82 ਨੇ ਔਰ ਇੱਧਰਲੇ ਪਾਸੇ ਵੀ 82 ਨੇ, ਮਤਲਬ ਦੋਨੋਂ ਪਾਸੋਂ ਇੱਕੋ ਜਿਹੀ ਸੰਖਿਆ ਹੈ। ਤਾਂ ਇੱਥੇ ਸੰਖਿਆ 'ਤੇ ਅਸੀਂ ਬਰਾਬਰ ਦਾ ਨਿਸ਼ਾਨ ਪਾਵਾਂਗੇ। ਬਹੁਤ ਅੱਛਾ ਬੱਚੇ, ਬਹੁਤ ਸੋਹਣਾ ਤੁਸੀਂ ਆਪ ਜੀ ਨੇ ਸਮਝਿਆ ਅਤੇ ਆਪ ਜੀ ਨੇ ਉੱਤਰ ਦਿੱਤਾ ਹੈ। ਅੱਗੇ ਆਪਾਂ ਸਵਾਲ ਦੇਖਦੇ ਹਾਂ। ਅੱਗੇ ਜੋ ਬੱਚਿਓ ਇਹ ਸੰਖਿਆਵਾਂ ਦਿੱਤੀਆਂ ਹੋਈਆਂ ਨੇ, ਇਹਦੇ ਵਿੱਚ ਆਪਾਂ ਸਭ ਤੋਂ ਛੋਟੀ ਸੰਖਿਆ 'ਤੇ ਚੱਕਰ ਲਗਾਉਣਾ ਹੈ। ਬੜੇ ਧਿਆਨ ਨਾਲ ਇਹਨਾਂ ਸੰਖਿਆਵਾਂ ਨੂੰ ਦੇਖਣਾ ਹੈ। ਇਹ ਪਹਿਲੀ ਉੱਪਰਲੀ ਸੰਖਿਆ ਹੈ 20 3 23, 30 2 32, 10 1 12। ਆਪਾਂ ਨੂੰ ਪਤਾ ਹੈ ਕਿ ਸਭ ਤੋਂ ਛੋਟੀ ਇਕਾਈ 10 ਹੈ। 10 20 30, ਤਾਂ ਸਭ ਤੋਂ ਛੋਟੀ ਜਿਹੜੀ ਹੈ ਉਹ 12 ਹੋਈ, ਕਿਉਂਕਿ 10 2 12 ਬਣਿਆ। ਉਸ ਤੋਂ ਬਾਅਦ ਇਹਦੇ ਪਾਸੇ ਦੇਖਦੇ ਹਾਂ। 40 ਨੂੰ 49, 50 ਨੂੰ 59 ਅਤੇ 60 ਨੂੰ 69। ਆਪਾਂ ਨੂੰ ਪਤਾ ਹੈ 40 50 ਅਤੇ 60 ਇਹਨਾਂ ਦੇ ਵਿੱਚੋਂ ਸਭ ਤੋਂ ਛੋਟੀ 40 ਵਾਲੀ ਸੰਖਿਆ ਬਣਦੀ ਹੈ, ਅਤੇ 40 ਨੂੰ 49 ਜਿਹੜੀ ਹੈ ਉਹ ਸਭ ਤੋਂ ਛੋਟੀ ਸੰਖਿਆ ਹੈ। ਇਸ ਤੋਂ ਅੱਗੇ ਅਗਲੇ ਡੱਬੇ 'ਚ ਦੇਖੀਏ। 80 ਤੋਂ 82, 70 ਤੋਂ 72 ਅਤੇ 60 ਤੋਂ 62। ਸਾਨੂੰ ਪਤਾ ਹੈ 60 ਵਾਲੀ ਰਕਮ ਸਭ ਤੋਂ ਛੋਟੀ ਹੈ। 60 70 80, ਤਾਂ ਅਸੀਂ 60 'ਤੇ ਚੱਕਰ ਲਗਾਵਾਂਗੇ। ਇਸ ਤੋਂ ਬਾਅਦ ਇੱਧਰ 90 ਤੋਂ 92, 90 6 96 ਅਤੇ 90 3 93। ਸਾਨੂੰ ਪਤਾ ਹੈ ਇਹ 92 ਹੈ, ਇਹ 93 ਹੈ, 96 ਹੈ। 92 ਵਾਲੀ ਸੰਖਿਆ ਜਿਹੜੀ ਹੈ ਉਹ ਛੋਟੀ ਹੈ। ਤਾਂ ਇਸ ਤਰ੍ਹਾਂ ਬੇਟੇ ਅਸੀਂ ਸਾਰੀਆਂ ਛੋਟੀਆਂ ਸੰਖਿਆਵਾਂ 'ਤੇ ਚੱਕਰ ਲਗਾ ਸਕਦੇ ਹਾਂ। ਤੁਸੀਂ ਆਪਣੀ ਕਾਪੀ 'ਤੇ ਇਹਨਾਂ ਤਿੰਨੋਂ ਸੰਖਿਆਵਾਂ ਨੂੰ ਲਿਖ ਕੇ ਅਤੇ ਇਹਨਾਂ ਦੇ ਉੱਪਰ ਛੋਟੀ ਸੰਖਿਆ 'ਤੇ ਚੱਕਰ ਲਗਾ ਸਕਦੇ ਹੋ। ਉਸ ਤੋਂ ਅਗਲੇ ਸਵਾਲ ਦੇ ਵਿੱਚ ਜੋ ਇਹ ਸਵਾਲ ਹੈ, ਇੱਥੇ ਲਿਖਿਆ ਹੈ ਸਭ ਤੋਂ ਵੱਡੀ ਸੰਖਿਆ ਤਾਰੇ ਦੇ ਵਿਚਕਾਰ ਲਿਖੋ। ਤਾਂ ਇੱਥੇ ਜਿਹੜੀ ਸਭ ਤੋਂ ਵੱਡੀ ਸੰਖਿਆ ਹੈ ਉਹ ਅਸੀਂ ਤਾਰੇ ਦੇ ਵਿਚਕਾਰ ਲਿਖਣੀ ਹੈ। ਇਹਨਾਂ ਦੇ ਵਿੱਚ ਅਸੀਂ ਦੇਖੀਏ 37 ਹੈ, 41 ਹੈ, 34 ਹੈ, 92 ਹੈ, 56 ਹੈ। ਤਾਂ ਸਾਨੂੰ ਪਤਾ 30 7 37, 40 1 41, 30 4 34, 90 2 92 ਅਤੇ 50 6 96। ਸਾਨੂੰ ਪਤਾ ਹੈ 90 ਸਭ ਤੋਂ ਵੱਡੀ ਸੰਖਿਆ ਹੁੰਦੀ ਹੈ, ਅਤੇ ਇਸ ਕਰਕੇ ਅਸੀਂ ਇਹਦੇ ਵਿਚਕਾਰ 90 2 92 ਲਿਖ ਦੇਵਾਂਗੇ। ਦੂਸਰੇ ਸਵਾਲ 'ਤੇ ਚੱਲਦੇ ਹਾਂ ਜੀ। 30 2 32, 30 5 35, 30 3 33, 30 7 37, 30 9 39। ਹੁਣ ਸਾਨੂੰ ਪਤਾ ਹੈ ਸਾਰੇ 30 ਵਾਲੇ ਨੇ,
पर 30 सब तो वड्डा है तो असी 30 39 ये विचकार लिख देवांगे जी। तीजे सवाल ते चलते हाँ। 30 39 50 59 60 69 70 79 ਤੇ 40 49। ਸਾਨੂੰ ਪਤਾ ਹੈ ਕਿ ਸਾਰਿਆਂ ਦੇ ਵਿੱਚੋਂ 30 40 50 60 ਦੇ ਵਿੱਚੋਂ 70 ਵੱਡੇ ਨੇ, ਤਾਂ ਇਹ ਸੰਖਿਆ 70 9 79 ਜਿਹੜੀ ਹੈ ਇਹ ਅਸੀਂ ਵਿਚਕਾਰ ਲਿਖ ਦੇਵਾਂਗੇ ਕਿਉਂਕਿ ਸਭ ਤੋਂ ਵੱਡੀ ਸੰਖਿਆ ਹੈ। ਇਹਨਾਂ ਦੇ ਵਿੱਚ ਦੇਖੀਏ 50 60 80 90 40 ਤੇ ਸਭ ਤੋਂ ਵੱਡੀ ਸੰਖਿਆ ਕਿਹੜੀ ਹੋਈ? ਸੋਚ ਕੇ ਦੇਖੋ। 90। ਤਾਂ ਅਸੀਂ ਇਹਦੇ ਵਿੱਚ 90 ਲਿਖ ਦੇਵਾਂਗੇ। ਠੀਕ ਹੈ ਬੇਟਾ। ਉਸ ਤੋਂ ਅੱਗੇ ਚੱਲਦੇ ਹਾਂ। ਵੱਧਦੇ ਕ੍ਰਮ ਵਿੱਚ ਲਿਖੋ। ਤਾਂ ਜੋ ਇਹ ਵੱਧਦੇ ਕ੍ਰਮ ਦੇ ਵਿੱਚ ਅਸੀਂ ਲਿਖਣਾ ਹੈ ਉਹ ਅਸੀਂ ਦੇਖਾਂਗੇ। ਪਹਿਲਾਂ ਸਭ ਤੋਂ ਇਹਨਾਂ ਦੇ ਵਿੱਚ ਇਹ ਸਵਾਲ ਦੇ ਵਿੱਚ ਜਿਹੜੀਆਂ ਇਹ ਉੱਪਰ ਸੰਖਿਆਵਾਂ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਸਭ ਤੋਂ ਜਿਹੜੀ ਉਹ ਛੋਟੀ ਸੰਖਿਆ ਕਿਹੜੀ ਹੈ? ਸਭ ਤੋਂ ਪਹਿਲਾਂ ਅਸੀਂ ਇਹਨਾਂ 'ਚੋਂ ਸਭ ਤੋਂ ਛੋਟੀ ਸੰਖਿਆ ਲੈਣੀ ਹੈ। ਉਸ ਤੋਂ ਬਾਅਦ ਉਸ ਤੋਂ ਵੱਡੀ ਸੰਖਿਆ ਲਿਖਣੀ ਹੈ, ਫਿਰ ਉਸ ਤੋਂ ਵੱਡੀ ਸੰਖਿਆ ਲਿਖਣੀ ਹੈ। 50 2 52 50 9 59 ਅਤੇ 50 6 56। ਸਾਨੂੰ ਪਤਾ ਹੈ ਸਭ ਤੋਂ ਪਹਿਲੀ ਸੰਖਿਆ ਹੈ ਛੋਟੀ 50 2 52। ਫਿਰ ਉਸ ਤੋਂ ਬਾਅਦ ਦੂਜੇ ਖਾਨੇ ਦੇ ਵਿੱਚ 50 6 56 ਆਏਗੀ ਅਤੇ ਫਿਰ 50 9 59 ਲਿਖਿਆ ਜਾਏਗਾ। ਠੀਕ ਹੈ ਬੇਟਾ। ਦੂਸਰਾ ਇਹਦੇ ਵਿੱਚ ਹੈ 60 9 69 40 9 49 ਅਤੇ 50 9 59। ਸਭ ਤੋਂ ਪਹਿਲਾਂ ਆਏਗੀ 40 ਵਾਲੀ ਸੰਖਿਆ 40 9 49। ਫਿਰ ਦੂਸਰੇ ਡੱਬੇ ਦੇ ਵਿੱਚ ਆਏਗਾ 50 9 59 ਅਤੇ ਤੀਸਰੇ ਡੱਬੇ ਦੇ ਵਿੱਚ ਆਏਗਾ 60 9 69। ਇਸ ਤੋਂ ਅੱਗੇ ਇਹ ਸਵਾਲ ਇਹਨਾਂ ਦੇ ਵਿੱਚ ਹੈ 80 7 87 40 7 47 ਅਤੇ 30 7 37। ਇਹਦੇ ਵਿੱਚ ਸਭ ਤੋਂ ਛੋਟੀ ਰਕਮ 30 7 37 ਹੈ, ਅਸੀਂ ਪਹਿਲਾਂ ਲਿਖਾਂਗੇ। ਦੂਸਰੀ ਸੰਖਿਆ 40 7 47 ਉਸ ਤੋਂ ਵੱਡੀ ਇਹ ਲਿਖਾਂਗੇ ਔਰ ਤੀਜੇ ਨੰਬਰ 'ਤੇ 80 7 87 ਲਿਖਾਂਗੇ। ਸੋ ਬੇਟੇ ਇਸ ਤਰ੍ਹਾਂ ਕਰਕੇ ਅਸੀਂ ਇਹਨੂੰ ਵੱਧਦੇ ਕ੍ਰਮ ਦੇ ਵਿੱਚ ਲਿਖਾਂਗੇ, ਭਾਵ ਇਸ ਇੱਧਰਲੇ ਪਾਸੇ ਨੂੰ ਰਕਮਾਂ ਵੱਧਦੀਆਂ ਜਾਣਗੀਆਂ। ਅਗਲਾ ਜੋ ਸਵਾਲ ਹੈ ਉਹ ਹੈ ਘਟਦੇ ਕ੍ਰਮ ਵਿੱਚ, ਭਾਵ ਅਸੀਂ ਇੱਧਰ ਵੱਡੀ ਸੰਖਿਆ ਲਿਖਣੀ ਹੈ ਅਤੇ ਇੱਧਰ ਨੂੰ ਜਿਹੜੀ ਹੈਗੀ ਆ ਉਹ ਜਿਹੜੀ ਸਭ ਤੋਂ ਮੂਹਰੇ ਇੱਧਰ ਵੱਡੀ ਸੰਖਿਆ ਹੋਏਗੀ ਅਤੇ ਇੱਧਰ ਨੂੰ ਫਿਰ ਸੰਖਿਆ ਜਿਹੜੀਆਂ ਉਹ ਘਟਦੀਆਂ ਜਾਣਗੀਆਂ। ਆਪਾਂ ਦੇਖਦੇ ਹਾਂ ਹੁਣ ਸਭ ਤੋਂ ਵੱਡੀ ਸੰਖਿਆ ਇਹਨਾਂ 'ਚ ਕਿਹੜੀ ਹੈ? 49 ਹੈ, 42 ਹੈ ਅਤੇ 47 ਹੈ। ਸਭ ਤੋਂ ਵੱਡੀ ਸੰਖਿਆ ਇਹਨਾਂ ਦੇ ਵਿੱਚ 49 ਹੈ। ਉਸ ਤੋਂ ਛੋਟੀ ਸੰਖਿਆ 47 ਹੈ। ਫਿਰ ਉਸ ਤੋਂ ਛੋਟੀ ਸੰਖਿਆ 42 ਹੈ। ਪਹਿਲੇ ਡੱਬੇ ਦੇ ਵਿੱਚ 49, ਦੂਸਰੇ ਡੱਬੇ ਦੇ ਵਿੱਚ 47, ਤੀਜੇ ਦੇ ਵਿੱਚ 42 ਆਏਗਾ। ਆਪਾਂ ਅਗਲਾ ਸਵਾਲ ਕਰਦੇ ਹਾਂ ਜੀ। ਇਹਦੇ ਵਿੱਚ 99 ਨੇ, 90 9 99 ਨੇ, 60 9 69 ਹੈ। ਤਾਂ ਬੇਟੇ ਸਭ ਤੋਂ ਵੱਡੀ ਜਿਹੜੀ ਸੰਖਿਆ ਹੈ ਉਹ ਪਹਿਲੇ ਖਾਨੇ ਦੇ ਵਿੱਚ ਇਸ ਖਾਨੇ ਦੇ ਵਿੱਚ ਆਏਗੀ 90 9 99। ਦੂਸਰੇ 'ਚ ਉਸ ਤੋਂ ਦੂਜੇ ਨੰਬਰ 'ਤੇ 80 9 99 ਅਤੇ ਤੀਸਰੇ ਡੱਬੇ ਦੇ ਵਿੱਚ 60 9 69 ਆਏਗੀ ਇਸ ਖਾਨੇ ਦੇ ਵਿੱਚ। ਠੀਕ ਹੈ ਬੇਟਾ। ਸੋ ਇਸ ਤੋਂ ਬਾਅਦ ਆਪਾਂ ਅਗਲਾ ਸਵਾਲ ਹੱਲ ਕਰਦੇ ਹਾਂ। ਇਹ ਸਵਾਲ ਇਹ ਹੈ 30 6 36 20 4 24 ਅਤੇ 60 7 67। ਹੁਣ ਸਾਨੂੰ ਪਤਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਸੰਖਿਆ 60 7 67 ਹੈ, ਤਾਂ ਪਹਿਲੇ ਇਸ ਡੱਬੇ ਦੇ ਵਿੱਚ ਆਏਗੀ 60 7 67। ਦੂਸਰੇ ਨੰਬਰ 'ਤੇ ਆਏਗੀ ਇਹ ਰਕਮ 30 6 36 ਕਿਉਂਕਿ ਇਹਦੇ ਤੋਂ ਛੋਟੀ ਇਹ ਹੈ ਅਤੇ ਔਰ ਸਭ ਤੋਂ ਛੋਟੀ ਹੈ 20 4 24 ਜਿਹੜੀ ਕਿ ਤੀਜੇ ਖਾਨੇ 'ਚ ਆਏਗੀ। ਪਹਿਲੇ 'ਚ 67, ਦੂਜੇ 'ਚ 36, ਤੀਜੇ ਦੇ ਵਿੱਚ 24। ਠੀਕ ਹੈ ਬੇਟੇ। ਉਸ ਤੋਂ ਬਾਅਦ ਅਸੀਂ 10ਵਾਂ ਸਵਾਲ ਹੱਲ ਕਰਨ ਲੱਗਦੇ ਹਾਂ। ਇਹ ਸਵਾਲ ਹੇਠਾਂ ਦਿੱਤੀਆਂ ਸੰਖਿਆ ਅਨੁਸਾਰ ਗਿਣਤਾਰੇ ਵਿੱਚ ਮੋਤੀ ਪਾਓ। ਤਾਂ ਹੁਣ ਬੇਟੇ ਅਸੀਂ ਦੇਖੀਏ ਕਿ ਇਹ ਜਿਹੜਾ ਪਹਿਲਾ ਕਾਲਮ ਹੈ ਇਹ ਇਕਾਈਆਂ ਦਾ ਹੈ, ਦੂਸਰਾ ਜਿਹੜਾ ਹੈ ਉਹ ਦਹਾਈਆਂ ਦਾ ਹੈ। ਤਾਂ ਇਸ ਸੰਖਿਆ ਦੇ ਵਿੱਚ ਪਹਿਲੇ ਇਕਾਈ ਦੇ ਸਥਾਨ 'ਤੇ 0 ਹੈ। ਇਹਦਾ ਮਤਲਬ ਹੈ ਇਸ ਪਹਿਲੇ ਇਕਾਈਆਂ ਵਾਲੇ ਦੇ ਵਿੱਚ ਕੋਈ ਵੀ ਮੋਤੀ ਨਹੀਂ ਪਏਗਾ। ਅਤੇ ਦਹਾਈ 'ਤੇ 3 ਨੇ ਤਾਂ ਅਸੀਂ ਇੱਧਰ 3 ਮੋਤੀ ਪਾਵਾਂਗੇ, 1 2 3। ਠੀਕ ਹੈ ਜੀ। ਤਾਂ ਇੱਧਰ 0 ਹੋ ਗਿਆ, 3 ਦਾ 30। ਦੂਸਰੇ ਦੇ ਵਿੱਚ ਇਕਾਈ ਦੇ ਵਿੱਚ 9 ਨੇ
ਤੇ ਦਹਾਈ ਦੇ ਵਿੱਚ 4 ਨੇ ਤੇ ਅਸੀਂ ਇਕਾਈ ਵਾਲੇ ਪਾਸੇ 9 ਮੋਤੀ ਪਾਵਾਂਗੇ। 1 2 3 4 5 6 7 8 ਤੇ 9। ਸਾਨੂੰ ਇਸ ਪਾਸੇ ਜਿਹੜੇ ਹੈ ਕਿੰਨੇ ਮੋਤੀ ਪਾਉਣੇ ਪੈਣਗੇ ਜੀ? 9। ਤਾਂ ਇੱਧਰ 4 1 2 3 ਤੇ 4 4 ਦਇਆ 40 40 ਤੇ 9 49। ਉਸ ਤੋਂ ਬਾਅਦ ਇਹ ਸਵਾਲ ਇਕਾਈ ਵਾਲੇ ਪਾਸੇ 2 ਨੇ ਤਾਂ ਇਕਾਈ ਵਾਲੇ ਪਾਸੇ ਅਸੀਂ 2 ਮਣਕੇ ਪਾਵਾਂਗੇ। 1 2 ਤੇ ਦਹਾਈ ਵਾਲੇ ਪਾਸੇ 7 ਮਣਕੇ ਨੇ ਤਾਂ ਇਹ ਅਸੀਂ ਬੜੇ ਸਾਵਧਾਨੀ ਨਾਲ ਛੋਟੇ ਛੋਟੇ ਮਣਕੇ ਬਣਵਾਵਾਂਗੇ। 1 2 3 4 5 6 7। ਠੀਕ ਹੈ ਜੀ। ਤਾਂ ਇੱਧਰ ਜਿਹੜੇ ਹੈ ਉਹ 7 ਮਣਕੇ ਪਾਵਾਂਗੇ। ਇਸ ਤੋਂ ਅੱਗੇ ਅਗਲਾ ਸਵਾਲ ਇਕਾਈ ਵਾਲੇ ਪਾਸੇ 6 ਨੇ ਤੇ ਦਹਾਈ ਵਾਲੇ ਪਾਸੇ 9। ਤਾਂ ਅਸੀਂ ਇਕਾਈ ਵਾਲੇ ਪਾਸੇ ਜਿਹੜੇ ਮਣਕੇ ਬਣਾਉਣੇ ਨੇ ਉਹ 1 2 3 4 5 ਤੇ 6। ਠੀਕ ਹੈ ਜੀ। 6 ਮਣਕੇ ਹੋ ਗਏ। 6 ਇਕਾਈਆਂ ਤੇ ਦਹਾਈਆਂ ਵਾਲੇ ਪਾਸੇ 9 1 2 3 4 5 6 7 8 ਤੇ 9। ਠੀਕ ਹੈ ਜੀ। ਤਾਂ ਇਹ ਜਿਹੜੇ ਸੀਗੇ ਸਾਡੇ ਕੋਲ 9 ਮਣਕੇ ਬਣ ਗਏ। ਤਾਂ ਇਹ ਗਿਣਤਾਰੇ ਦੇ ਵਿੱਚ ਅਸੀਂ ਮੋਤੀ ਪਾਉਣੇ ਨੇ ਸੰਖਿਆਵਾਂ ਦੇ ਅਨੁਸਾਰ। ਇਹ ਬੜਾ ਸੌਖਾ ਕੰਮ ਹੈ ਜਦੋਂ ਤੁਹਾਨੂੰ ਸਮਝ ਆ ਗਿਆ। ਮੈਨੂੰ ਆਸ ਹੈ ਤੁਸੀਂ ਸਮਝ ਗਏ ਹੋਵੋਗੇ। ਇਸ ਤੋਂ ਅਗਲਾ ਸਵਾਲ ਅਸੀਂ 11ਵਾਂ ਸਵਾਲ ਹੱਲ ਕਰਦੇ ਹਾਂ। ਗਿਣਤਾਰੇ ਦੇ ਮੋਤੀ ਗਿਣੋ ਅਤੇ ਸੰਖਿਆ ਲਿਖੋ। ਹੁਣ ਬੇਟੇ ਜਿਵੇਂ ਅਸੀਂ ਉੱਪਰ ਇਕਾਈ ਦਹਾਈ ਵਾਲੇ ਵਿੱਚ ਮਣਕੇ ਪਾ ਕੇ ਗਿਣਤਾਰਾ ਤਿਆਰ ਕੀਤਾ ਸੀ, ਹੁਣ ਗਿਣਤਾਰਾ ਤਿਆਰ ਹੈ ਤਾਂ ਅਸੀਂ ਇਹਦੀ ਸੰਖਿਆ ਬਣਾਉਣੀ ਹੈ। ਅਸੀਂ ਪਹਿਲਾਂ ਜਿਹੜਾ ਹੈ ਉਹ ਇਹਨੂੰ ਗਿਣਦੇ ਹਾਂ। ਇਹਨੂੰ ਗਿਣ ਕੇ ਅਸੀਂ ਫਿਰ ਜਿਹੜੇ ਇਹਦੇ ਉਹ ਲਿਖਾਂਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਇਕਾਈ ਵਾਲੇ ਪਾਸੇ ਮੋਤੀ ਗਿਣਦੇ ਹਾਂ। 1 2 3 4 5 6 7 8। ਇਹ 8 ਇਕਾਈਆਂ। ਔਰ ਦਹਾਈ ਵਾਲੇ ਪਾਸੇ 1 ਤੇ 2 ਤਾਂ 2 ਦਹਾਈਆਂ। 2 ਦਇਆ 20 20 8 28। ਇਸ ਤੋਂ ਅਗਲੇ ਦੂਸਰੇ ਦੇ ਵਿੱਚ ਅਸੀਂ ਦੇਖਦੇ ਹਾਂ ਇਕਾਈ ਵਾਲੇ ਪਾਸੇ ਇੱਧਰ ਪਾਸੇ ਕੋਈ ਵੀ ਮਣਕਾ ਨਹੀਂ ਹੈ ਤਾਂ ਇੱਥੇ ਸਾਡੀ 0 ਲੱਗ ਜਾਏਗੀ। ਔਰ ਦਹਾਈ ਵਾਲੇ ਪਾਸੇ 1 2 3 4 5 ਇੱਥੇ 5 ਜਾਏਗਾ। 5 0 50 ਜਾਂ 5 ਦਹਾਈਆਂ 5 ਦਇਆ 50। ਉਸ ਤੋਂ ਅਗਲਾ ਸਵਾਲ ਇਕਾਈ ਵਾਲੇ ਪਾਸੇ 1 2 ਦਹਾਈ ਵਾਲੇ ਪਾਸੇ 1 2 3 4 5 ਤਾਂ 5 5 ਦਇਆ 50 50 2 52। ਔਰ ਇੱਥੇ ਆ ਗਿਆ ਜਿਹੜਾ ਉਹ ਆ ਗਏ ਇਕਾਈ ਵਾਲੇ ਥਾਂ 'ਤੇ 1 2 3 4 5 6 7 7 ਇਕਾਈਆਂ। ਔਰ ਦਹਾਈ ਵਾਲੇ ਪਾਸੇ 1 2 3 4 5 6 7 8 9 ਤਾਂ 9 ਦਹਾਈਆਂ ਹੋਈਆਂ। 9 ਦਇਆ 90 90 7 97। ਤਾਂ ਇਹ ਸਾਡੀ ਜਿਹੜੀ ਹੈ ਸੰਖਿਆ ਬਣੀ 97। ਸੋ ਬੇਟੇ ਇਸ ਤਰ੍ਹਾਂ ਇੱਥੋਂ ਤੱਕ ਆਪਾਂ ਅੱਜ ਸਵਾਲ ਹੱਲ ਕੀਤੇ ਨੇ। ਸੋ ਇਸ ਤੋਂ ਬਾਅਦ ਅੱਗੇ ਫਿਰ ਮਿਲਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।